ਸਵਾਗਤ ਕਰਦੀ ਹਾਂ ਤੁਹਾਡਾ ਸਭ ਦਾ। ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ ਇਕਨੋਮਿਕਸ। ETT ਸੈਕੰਡ ਪੇਪਰ ਨੂੰ ਧਿਆਨ ਵਿੱਚ ਰੱਖਦੇ ਹੋਏ ਅਸੀਂ ਇਕਨੋਮਿਕਸ ਕਰਾਂਗੇ। ਬਾਕੀ ਜਿਹੜੇ NTT ਦੇ ਐਗਜ਼ਾਮ ਆ ਉਹਦੇ ਵਿੱਚ ਵੀ ਇਕਨੋਮਿਕਸ ਆਉਣੀ ਹੈ, ਸੁਪਰਵਾਈਜ਼ਰ ਦੇ ਪੇਪਰ 'ਚ ਵੀ ਇਕਨੋਮਿਕਸ ਆਉਣੀ ਹੈ, ਠੀਕ ਹੈ। ਹੋਰ ਜਿਹੜੇ ਸਾਰੇ ਕੰਪੀਟੀਟਿਵ ਐਗਜ਼ਾਮ ਉਹਨਾਂ 'ਚ ਬੇਸਿਕ ਇਕਨੋਮਿਕਸ ਜਿਹੜੀ ਆ ਆਉਂਦੀ ਆ, ਤਾਂ ਉਹ ਸਾਰੇ ਜਣੇ ਦੇਖ ਸਕਦੇ ਆ, ਠੀਕ ਹੈ। ਆਪਣੇ ਫਰੈਂਡਸ ਨੂੰ ਤੁਸੀਂ ਸ਼ੇਅਰ ਕਰ ਦੇਣਾ। ਤਾਂ ਚੈਪਟਰ ਆਪਣਾ ਪਹਿਲਾ ਹੈ ਟੌਪਿਕ ਬੇਸਿਕ ਕਨਸੈਪਟਸ, ਠੀਕ ਹੈ। ਜਿਹੜੇ ਇਕਨੋਮਿਕਸ ਦੇ ਵਿੱਚ ਬੇਸਿਕ ਕਨਸੈਪਟਸ ਨੇ, ਮੁੱਢਲੀਆਂ ਧਾਰਨਾਵਾਂ ਨੇ, ਉਹਨਾਂ ਬਾਰੇ ਅੱਜ ਆਪਾਂ ਜਿਹੜੇ ਪ੍ਰਸ਼ਨ ਕਰਨੇ ਆ MCQ। ਔਰ ਮੈਂ ਤੁਹਾਨੂੰ ਗਰੁੱਪ ਵਿੱਚ ਕੱਲ੍ਹ ਦੱਸ ਦਿੱਤਾ ਸੀਗਾ ਕਿ ਤੁਸੀਂ ਇਹ ਟੌਪਿਕ ਪੜ੍ਹਨਾ ਆ ਅਤੇ ਅੱਜ ਇਹਦੇ MCQ ਕਰਨੇ ਆ, ਠੀਕ ਹੈ। ਇਹ ਤੁਹਾਡੀ ਰਿਸਪੋਂਸੀਬਿਲਿਟੀ ਹੈ। ਨਈ ਕਿਤਾਬ ਹੈ ਤਾਂ ਸਭ ਤੋਂ ਪਹਿਲਾਂ ਤੁਸੀਂ 9ਵੀਂ ਤੋਂ ਪੜ੍ਹਨਾ। ਬੇਸਿਕ ਕਨਸੈਪਟਸ 9ਵੀਂ ਤੋਂ ਪੜ੍ਹਨੇ ਆ, ਠੀਕ ਹੈ। ਉਹਦੇ ਵਿੱਚੋਂ ਪੜ੍ਹਨੇ ਆ, ਫਿਰ 10ਵੀਂ ਸਮਝ ਆਵੇਗੀ। ਕਿਉਂਕਿ ਜੇ ਤੁਸੀਂ 10ਵੀਂ ਤੋਂ ਪੜ੍ਹਨ ਲੱਗ ਗਏ, ਜਿੱਦਾਂ ਹੁਣ ਕਈਆਂ ਦਾ ਟੱਚ ਨਹੀਂ ਹੁੰਦਾ ਇਕਨੋਮਿਕਸ ਦੇ ਨਾਲ, ਠੀਕ ਹੈ। ਜਿਵੇਂ ਸਾਇੰਸ ਵਾਲੇ ਸਟੂਡੈਂਟਸ ਹੋ ਗਏ, ਠੀਕ ਹੈ, 10ਵੀਂ ਤੱਕ ਇਕਨੋਮਿਕਸ ਪੜ੍ਹੀ, ਉਹਨਾਂ ਦਾ ਬਾਅਦ ਵਿੱਚ ਨਹੀਂ ਟੱਚ ਹੁੰਦਾ। ਫਿਰ ਹੋਰ ਸਾਥੀ ਹੈਗੇ ਨੇ, ਠੀਕ ਹੈ। ਹਰੇਕ ਕੋਈ ਆਪਣੇ ਫੀਲਡ ਦੇ ਵਿੱਚ ਤੇਜ਼ ਆ, ਠੀਕ ਹੈ। ਤਾਂ ਇਸ ਕਰਕੇ ਉਹਨਾਂ ਨੂੰ ਮੈਂ ਤਾਂ ਕਿਹਾ ਸੀਗਾ ਕਿ ਤੁਸੀਂ ਪਹਿਲਾਂ ਟੌਪਿਕ ਪੜ੍ਹਨਾ 9ਵੀਂ ਕਲਾਸ ਤੋਂ। ਬੇਸਿਕ ਕਨਸੈਪਟ ਬਿਲਕੁਲ ਬੇਸਿਕ ਤੋਂ ਦੱਸਿਆ ਉਹਨਾਂ ਨੇ, ਉੱਥੋਂ ਪੜ੍ਹਨਾ ਅਤੇ ਫਿਰ ਜਾ ਕੇ ਆਪਾਂ ਨੂੰ ਸਾਰਾ ਕੁਝ ਸਮਝ ਆਵੇਗਾ। ਆਪਣੇ 4 ਟੌਪਿਕ ਨੇ ਜੋ ਪਿਛਲੇ ਪੇਪਰ ਤੋਂ ਆਪਾਂ ਗਾਈਡੈਂਸ ਲੈ ਕੇ 4 ਟੌਪਿਕ ਚੰਗੀ ਤਰ੍ਹਾਂ ਕਰਾਂਗੇ, ਤਾਂ ਕਿ ਸਾਡਾ ਇੱਕ ਵੀ ਨੰਬਰ ਇਹਦੇ ਵਿੱਚੋਂ ਕੱਟਿਆ ਨਾ ਜਾਵੇ, ਠੀਕ ਹੈ। ਅਤੇ ਬਾਕੀ ਤੁਸੀਂ ਸਾਥ ਦਿੰਦੇ ਰਹਿਣਾ ਅਤੇ ਟੈਸਟ ਕਰਦੇ ਰਹਿਣਾ ਰੋਜ਼ਾਨਾ, ਅਤੇ ਟੌਪਿਕ ਨਾਲ ਪੜ੍ਹਦੇ ਰਹਿਣਾ। ਲਿੰਕ ਤੋਂ ਤੁਸੀਂ ਬੁੱਕ ਡਾਊਨਲੋਡ ਕਰ ਲੈਣਾ। ਬੁੱਕ ਨਹੀਂ ਆ, ਚੈਪਟਰ ਵਾਈਜ਼ ਉਹਨਾਂ ਨੇ PDF ਬਣਾਏ ਹੋਏ ਨੇ। PDF ਡਾਊਨਲੋਡ ਹੋਵੇਗੀ 1 ਚੈਪਟਰ 2 ਚੈਪਟਰ ਦੀ, ਇੱਦਾਂ, ਠੀਕ ਹੈ। ਜੇ ਨਹੀਂ ਹੋਈ ਤਾਂ ਮੈਨੂੰ ਦੱਸ ਦੇਣਾ, ਮੈਂ ਗਰੁੱਪ ਵਿੱਚ ਭੇਜ ਦੇਵਾਂਗੀ। ਕਰਦੇ ਹਾਂ ਬਈ ਅੱਜ ਵਾਲਾ। ਨਾਲ ਮੈਂ ਥੋੜ੍ਹਾ ਐਕਸਪਲੇਨ ਵੀ ਕਰਾਂਗੀ, ਕਿਉਂਕਿ ਮੇਰੇ ਕੁਝ ਸਾਥੀਆਂ ਨੇ ਕਿਹਾ ਸੀ ਵੀ ਨਾਲ ਐਕਸਪਲੇਨ ਵੀ ਮੈਡਮ ਕਰਨਾ ਜ਼ਰੂਰ, ਠੀਕ ਹੈ। ਚਲੋ ਬਾਕੀ ਆਪਾਂ ਸਾਰੇ ਰਲ ਮਿਲ ਕੇ ਸਿੱਖ ਰਹੇ ਹਾਂ, ਠੀਕ ਹੈ, ਕੋਈ ਦਿੱਕਤ ਵਾਲੀ ਗੱਲ ਨਹੀਂ ਆ। ਪ੍ਰਸ਼ਨ ਨੰਬਰ 1, ਮਨੁੱਖ ਵੱਲੋਂ ਸੀਮਤ ਸਾਧਨਾਂ ਨਾਲ ਅਸੀਮਤ ਲੋੜਾਂ ਦੀ ਪੂਰਤੀ ਵਾਲੇ ਵਿਵਹਾਰ ਨੂੰ ਕੀ ਕਿਹਾ ਜਾਂਦਾ ਹੈ? ਹਾਂ ਦੱਸੋ ਬਈ। ਆਮਦਨ ਪ੍ਰਬੰਧ, ਅਰਥ ਸ਼ਾਸਤਰ, ਪੂੰਜੀ ਪ੍ਰਬੰਧ। ਕਰੈਕਟ ਆਪਸ਼ਨ ਹੈ, ਪਹਿਲਾਂ ਲਾਈਨ ਸਮਝ ਲਓ, ਇਹ ਬਹੁਤ ਵੱਡੀ ਲਾਈਨ ਆ, ਸਾਰੀ ਇਕਨੋਮਿਕਸ ਇਹਦੇ ਦੁਆਲੇ ਆ, ਸਾਰਾ ਕੁਛ ਇਹਦੇ ਕਰਕੇ ਹੀ ਹੁੰਦਾ ਪਿਆ ਵਾ, ਠੀਕ ਹੈ। ਸੀਮਿਤ ਸਾਧਨਾਂ ਦੇ ਨਾਲ ਅਸੀਮਿਤ ਲੋੜਾਂ ਦੀ ਪੂਰਤੀ ਕਰਨੀ ਆ, ਮਤਲਬ ਸਾਡੇ ਸੋਰਸਿਸ ਜਿਹੜੇ ਨੇ ਲਿਮਿਟਿਡ ਨੇ, ਤਾਂ ਸਾਡੀਆਂ ਜਿਹੜੀਆਂ ਲੋੜਾਂ ਨੇ, ਨੀਡਸ ਨੇ, ਉਹ ਕਿੰਨੇ ਅਨਲਿਮਿਟਿਡ ਨੇ। ਸੋ ਇਸੇ ਚੱਕਰ ਦੇ ਵਿੱਚ ਜਿਹੜਾ ਇਹ ਸਾਰਾ ਮਤਲਬ ਪ੍ਰਬੰਧ ਆ, ਇਹਨੂੰ ਕੀ ਕਿਹਾ ਜਾਂਦਾ? ਇਹਨੂੰ ਅਰਥ ਸ਼ਾਸਤਰ ਕਿਹਾ ਜਾਂਦਾ, ਠੀਕ ਹੈ। ਇਕਨੋਮਿਕਸ, ਅਸੀਂ ਇਕਨੋਮਿਕਸ ਪੜ੍ਹਨ ਜਾ ਰਹੇ ਹਾਂ, ਸਾਨੂੰ ਪਤਾ ਹੋਣਾ ਚਾਹੀਦਾ ਕਿ ਅਰਥ ਸ਼ਾਸਤਰ ਹੈ ਕੀ ਆ, ਬਸ, ਠੀਕ ਹੈ। ਸੀਮਤ ਸਾਧਨਾਂ ਨਾਲ ਅਸੀਮਤ ਲੋੜਾਂ ਦੀ ਪੂਰਤੀ ਦੇ ਅਧਿਐਨ ਨੂੰ ਜਿਹੜਾ ਅਰਥ ਸ਼ਾਸਤਰ ਕਹਿੰਦੇ ਆ, ਵਿਵਹਾਰ ਨੂੰ, ਠੀਕ ਹੈ। ਹਾਂ ਚਲੋ ਭਈਆ ਧਿਆਨ ਵਿੱਚ ਦੇਖ ਲਓ ਮਾੜਾ ਜਿਹਾ ਸਵਾਲ। ਮਨੁੱਖ ਦੀਆਂ ਲੋੜਾਂ ਹਨ ਅਸੀਮਤ, ਸੀਮਤ, ਜਾਇਜ਼, ਕੁਦਰਤੀ। ਇਹ ਪਤਾ ਲੱਗ ਹੀ ਗਿਆ ਕਿ ਮਨੁੱਖ ਦੀਆਂ ਲੋੜਾਂ ਕੀ ਨੇ? ਅਸੀਮਤ ਨੇ, ਠੀਕ ਹੈ, ਅਨਲਿਮਿਟਿਡ ਨੇ। ਲੋੜਾਂ ਨੂੰ ਪੂਰਾ ਕਰਨ ਵਾਲੇ ਸਾਧਨ ਕੀ ਹਨ? ਜਿਹੜੇ ਲੋੜਾਂ ਸਾਡੀਆਂ ਨੂੰ ਪੂਰਾ ਕਰਦੇ ਉਹ ਸਾਧਨ ਕੀ ਆ ਵੀ? ਅਸੀਮਤ, ਸੀਮਤ, ਕੁਦਰਤੀ, ਮਨੁੱਖੀ। ਕਰੈਕਟ ਆਪਸ਼ਨ ਵੀ ਸੀਮਤ ਆ, ਲਿਮਿਟਿਡ ਆ, ਸੋਰਸਿਸ ਜਿਹੜੇ ਨੇ ਲਿਮਿਟਿਡ ਆ, ਠੀਕ ਹੈ। ਚਲੋ ਅੱਗੇ ਦੇਖੋ, ਉਹ ਵਸਤੂਆਂ ਜਾਂ ਸੇਵਾਵਾਂ ਜੋ ਸਾਡੀਆਂ ਲੋੜਾਂ ਨੂੰ ਪੂਰਾ ਕਰਦੀਆਂ ਹਨ ਨੂੰ ਕੀ ਕਹਿੰਦੇ ਹਨ? ਉਹ ਵਸਤਾਂ ਜਾਂ ਸੇਵਾਵਾਂ, ਠੀਕ ਹੈ, ਉਹ ਗੁੱਡਸ ਐਂਡ ਸਰਵਿਸ ਜਿਹੜੀਆਂ ਸਾਡੀਆਂ ਨੀਡਸ ਨੂੰ ਪੂਰਾ ਕਰਦੀਆਂ ਨੇ, ਉਹਨਾਂ ਨੂੰ ਕੀ ਕਹਿੰਦੇ ਆ ਵੀ? ਸਹੂਲਤਾਂ, ਸਾਧਨ, ਪੂੰਜੀ, ਆਮਦਨ। ਕਰੈਕਟ ਆਪਸ਼ਨ ਵੀ ਉਸ ਨੂੰ ਅਸੀਂ ਸਾਧਨ ਕਹਿੰਦੇ ਆ, ਠੀਕ ਹੈ। ਕੀ ਕਹਿੰਦੇ ਆ? ਸਾਧਨ ਕਹਿੰਦੇ ਆ, ਠੀਕ ਹੈ, ਜਿਹਦੇ ਰਾਹੀਂ ਸਾਡੀਆਂ ਲੋੜਾਂ ਪੂਰੀਆਂ ਹੁੰਦੀਆਂ। ਉਹ ਵਸਤੂ ਵੀ ਹੋ ਸਕਦੀ ਆ, ਕੋਈ ਸਰਵਿਸ ਵੀ ਹੋ ਸਕਦੀ ਆ। ਚਲੋ, ਉਹ ਛੂਹਣਯੋਗ ਚੀਜ਼ਾਂ, ਬਿਲਕੁਲ ਬੇਸਿਕ ਤੋਂ ਇਕਨੋਮਿਕਸ ਚੱਲ ਰਿਹਾ, ਫਿਰ ਤੁਹਾਨੂੰ ਸਮਝ ਆਵੇਗਾ ਕਿ ਅੱਗੇ ਫਿਰ ਜਦੋਂ ਅਸੀਂ ਗੱਲ ਕਰਾਂਗੇ ਅੱਗੇ ਉਹ ਸਾਰੇ ਅੱਗੇ ਦੇ ਬਰੋਡ ਕਨਸੈਪਟਸ ਬਾਰੇ, ਫਿਰ ਤੁਹਾਨੂੰ ਪਤਾ ਲੱਗੇਗਾ। ਨਹੀਂ ਤਾਂ ਤੁਸੀਂ ਵਿੱਚੋਂ ਪੁੱਛੀ ਜਾਣਾ ਵੀ ਇਹਨੂੰ ਕੀ ਕਹਿੰਦੇ, ਇਹਨੂੰ ਕੀ ਕਹਿੰਦੇ ਆ। ਇਸ ਕਰਕੇ ਆਪਾਂ ਧਿਆਨ ਨਾਲ ਇਹਨੂੰ ਬਿਲਕੁਲ ਬਰੀਕ ਤੋਂ ਕਰਨਾ ਹੈ। ਉਹ ਛੂਹਣਯੋਗ ਚੀਜ਼ਾਂ ਜੋ ਮਨੁੱਖ ਦੀਆਂ ਲੋੜਾਂ ਦੀ ਪੂਰਤੀ ਕਰਦੀਆਂ ਨੂੰ ਕੀ ਕਹਿੰਦੇ ਹਨ? ਸਾਧਨ, ਵਸਤਾਂ, ਧਨ, ਤੁਸ਼ਟੀ ਗੁਣ, ਠੀਕ ਹੈ। ਇਹਨੂੰ ਯੂਟਿਲਿਟੀ ਵੀ ਕਹਿ ਦਿੰਦੇ ਆ। ਕਰੈਕਟ ਆਪਸ਼ਨ ਹੈ ਵੀ ਇਹਨੂੰ ਅਸੀਂ ਵਸਤਾਂ ਕਹਿੰਦੇ, ਜਿਹਨੂੰ ਅਸੀਂ ਟੱਚ ਕਰ ਸਕਦੇ ਹਾਂ, ਠੀਕ ਹੈ। ਉਹ ਵਸਤਾਂ, ਉਹ ਚੀਜ਼ਾਂ ਜਿਨ੍ਹਾਂ ਨੂੰ ਅਸੀਂ ਛੂਹ ਸਕਦੇ ਹਾਂ, ਸਾਡੀ ਲੋੜਾਂ ਦੀ ਪੂਰਤੀ ਕਰਦੇ, ਉਹਨਾਂ ਨੂੰ ਵਸਤਾਂ ਕਹਿੰਦੇ ਆ, ਠੀਕ ਹੈ। ਚਲੋ, ਅਧਿਆਪਕ ਦੁਆਰਾ ਪੜ੍ਹਾਉਣਾ ਤੇ ਡਾਕਟਰ ਦੁਆਰਾ ਇਲਾਜ ਕਰਨਾ ਕਿਸ ਦੀਆਂ ਉਦਾਹਰਨਾਂ? ਵਸਤਾਂ, ਸੇਵਾਵਾਂ, ਕੀਮਤਾਂ ਜਾਂ ਧਨ। ਕਰੈਕਟ ਆਪਸ਼ਨ ਵੀ ਸਰਵਿਸਿਜ਼ ਨੇ, ਠੀਕ ਹੈ। ਇਹਨਾਂ ਨੂੰ ਅਸੀਂ ਟੱਚ ਨਹੀਂ ਕਰ ਸਕਦੇ। ਹੁਣ ਟੀਚਿੰਗ ਨੂੰ ਅਸੀਂ ਟੱਚ ਥੋੜ੍ਹੀ ਕਰ ਸਕਦੇ ਹਾਂ, ਠੀਕ ਹੈ ਨਾ। ਜਾਂ ਇਲਾਜ ਆ, ਇਹਨੂੰ ਅਸੀਂ ਟੱਚ ਕਰਾਂਗੇ? ਨਹੀਂ, ਕਿਉਂਕਿ ਅਸੀਂ ਇਹਨੂੰ ਮਹਿਸੂਸ ਕਰ ਸਕਦੇ ਹਾਂ, ਠੀਕ ਹੈ, ਇਹਦਾ ਰਿਜ਼ਲਟ ਦੇਖ ਸਕਦੇ ਹਾਂ, ਠੀਕ ਹੈ। ਅਸੀਂ ਅਧਿਆਪਕ ਦੁਆਰਾ ਪੜ੍ਹਾਉਣਾ ਅਤੇ ਡਾਕਟਰ ਦੁਆਰਾ ਇਲਾਜ ਕਰਨਾ,
ਠੀਕ ਹੈ, ਇਹ ਕੀ ਹੈ, ਸੇਵਾਵਾਂ ਨੇ। ਠੀਕ ਹੈ, ਜਿੱਦਾਂ ਬੈਂਕ ਵਿੱਚ ਬੈਂਕਿੰਗ ਸਾਰਾ ਕੁਝ ਇਹ ਕੀ ਨੇ, ਸੇਵਾਵਾਂ ਨੇ। ਚਲੋ, ਕਿਸੇ ਵਸਤੂ ਜਾਂ ਸੇਵਾਵਾਂ ਵਿੱਚ ਕਿਸੇ ਲੋੜ ਨੂੰ ਸੰਤੁਸ਼ਟ ਕਰਨ ਦੀ ਜੋ ਸਮਰੱਥਾ ਹੁੰਦੀ ਹੈ ਉਸਨੂੰ ਕੀ ਕਹਿੰਦੇ ਹਨ? ਧਿਆਨ ਦੇ ਨਾਲ, ਠੀਕ ਹੈ, ਸਮਝ ਲੈਣਾ ਇਹਨੂੰ, ਇਹ ਅੱਗੇ ਕੰਮ ਆਉਣਾ ਸ਼ਬਦ ਬਾਰ-ਬਾਰ। ਠੀਕ ਹੈ, ਦੇਖੋ, ਉਪਭੋਗ, ਤੁਸ਼ਟੀਗੁਣ, ਕੀਮਤ, ਉਪਰੋਕਤ ਕੋਈ ਨਹੀਂ। ਕਰੈਕਟ ਆਪਸ਼ਨ ਹੈ ਵੀ ਇਹਨੂੰ ਤੁਸ਼ਟੀਗੁਣ ਕਹਿੰਦੇ ਆ। ਕਿਸੇ ਵਸਤੂ ਦੇ ਵਿੱਚ, ਕਿਸੇ ਸੇਵਾ ਦੇ ਵਿੱਚ, ਸਰਵਿਸ ਦੇ ਵਿੱਚ ਜਿਹੜੀ ਸ਼ਕਤੀ ਆ ਕਿਸੇ ਲੋੜ ਨੂੰ ਪੂਰਾ ਕਰਨ ਦੀ, ਜਿੱਦਾਂ ਰੋਟੀ 'ਚ ਭੁੱਖ ਮਿਟਾਉਣ ਦੀ, ਪਾਣੀ 'ਚ ਪਿਆਸ ਮਿਟਾਉਣ ਦੀ, ਠੀਕ ਹੈ, ਅਧਿਆਪਕ 'ਚ ਪੜ੍ਹਾਉਣ ਦੀ, ਡਾਕਟਰ 'ਚ ਇਲਾਜ ਕਰਨ ਦੀ, ਇਹ ਕੀ ਹੈ, ਇਹ ਜਿਹੜੀ ਕੈਪੇਬਿਲਿਟੀ ਆ ਇਹਨੂੰ ਅਸੀਂ ਕਹਿੰਦੇ ਤੁਸ਼ਟੀ ਗੁਣ। ਮਤਲਬ ਯੂਟਿਲਿਟੀ ਵੀ ਕਹਿ ਦਿੰਦੇ ਇਹਨੂੰ, ਇੱਦਾਂ ਪੰਜਾਬੀ 'ਚ ਵੀ ਲਿਖਿਆ ਆ ਸਕਦਾ ਯੂਟਿਲਿਟੀ। ਠੀਕ ਹੈ, ਇਹਨੂੰ ਉਪਯੋਗਤਾ ਵੀ ਕਹਿ ਦਿੰਦੇ ਆ। ਇਹਦੇ ਕਿੰਨੇ ਕਿੰਨੇ ਨਾਮ ਆ ਦੇਖ ਲੈਣਾ, ਉਪਯੋਗਤਾ, ਤੁਸ਼ਟੀ ਗੁਣ, ਯੂਟਿਲਿਟੀ ਇੱਕੋ ਹੀ ਗੱਲ ਆ। ਵਸਤੂ ਜਾਂ ਸੇਵਾ ਦਾ ਉਹ ਮੁੱਲ ਜਿਸ ਨੂੰ ਮੁਦਰਾ ਦੇ ਰੂਪ ਵਿੱਚ ਦਰਸਾਇਆ ਜਾ ਸਕਦਾ ਹੈ। ਪੂੰਜੀ, ਕੀਮਤ, ਯੋਗਤਾ, ਉਪਯੋਗਤਾ, ਉਪਰੋਕਤ ਕੋਈ ਨਹੀਂ। ਕਰੈਕਟ ਆਪਸ਼ਨ ਹੈ ਵੀ ਵਸਤੂ ਜਾਂ ਸੇਵਾ ਦਾ ਉਹ ਮੁੱਲ ਜਿਹਨੂੰ ਮੁਦਰਾ ਦੇ ਰੂਪ ਵਿੱਚ ਦਰਸਾਇਆ ਜਾ ਸਕਦਾ ਉਹਨੂੰ ਕੀ ਕਹਿੰਦੇ ਆ? ਕੀਮਤ ਕਹਿੰਦੇ ਆ। ਹਾਂ, ਕੋਈ ਵੀ ਵਸਤੂ ਯੂਜ਼ ਕਰਦੇ ਆ, ਕੋਈ ਵੀ ਸੇਵਾ ਲੈਂਦੇ ਆ, ਉਹਦੇ ਬਦਲੇ ਮੁੱਲ ਦੇਣਾ ਪੈਂਦਾ, ਉਹ ਮੁੱਲ ਕੀ ਆ? ਕੀਮਤ। ਠੀਕ ਹੈ, ਉਹਨੂੰ ਕੀਮਤ ਕਹਿੰਦੇ ਆ, ਪ੍ਰਾਈਸ। ਠੀਕ ਹੈ, ਚਲੋ, ਅਜਿਹੀਆਂ ਵਸਤੂਆਂ ਜਾਂ ਸੇਵਾਵਾਂ ਜਿਨ੍ਹਾਂ ਦੀ ਉਪਯੋਗਤਾ ਨੂੰ ਮਾਨਣ ਲਈ ਮੁੱਲ ਦੇਣਾ ਪੈਂਦਾ ਹੈ ਉਸਨੂੰ ਕੀ ਕਹਿੰਦੇ ਹਨ? ਕੀ ਕਹਿੰਦੇ ਆ ਵੀ? ਦੱਸੋ ਬਈ। ਧਨ, ਤੁਸ਼ਟੀ ਗੁਣ, ਆਮਦਨ, ਮੁਦਰਾ, ਕੀ ਕਹਿੰਦੇ ਆ ਵੀ ਉਹਨੂੰ? ਧਨ ਕਹਿੰਦੇ ਆ। ਠੀਕ ਹੈ, ਕੀ ਕਹਿੰਦੇ ਆ? ਧਨ ਕਹਿੰਦੇ ਆ। ਠੀਕ ਹੈ, ਅਜਿਹੀਆਂ ਵਸਤੂਆਂ ਤੇ ਸੇਵਾਵਾਂ ਜਿਨ੍ਹਾਂ ਦੀ ਉਪਯੋਗਤਾ ਨੂੰ ਅਸੀਂ ਲੈਣ ਵਾਸਤੇ ਮੁੱਲ ਦਿੰਦੇ ਆ ਉਹਨੂੰ ਅਸੀਂ ਕੀ ਕਹਿੰਦੇ ਆ? ਧਨ ਕਹਿੰਦੇ ਆ ਵੀ, ਧਨ। ਠੀਕ ਹੈ, ਚਲੋ ਅਗਲਾ ਸਵਾਲ ਦੇਖੋ ਬਈ। ਠੀਕ ਹੈ, ਤੁਸ਼ਟੀ ਗੁਣ ਨਹੀਂ ਆਵੇਗਾ, ਜਦੋਂ ਨਾ ਪਤਾ ਲੱਗੇ ਆਪਸ਼ਨ ਰਿਮੂਵ ਕਰ ਲੈਣਾ। ਆਮਦਨ ਨਹੀਂ ਆਵੇਗਾ, ਠੀਕ ਹੈ, ਮੁਦਰਾ ਤਾਂ ਨਹੀਂ ਆਵੇਗਾ, ਠੀਕ ਹੈ, ਧਨ ਆਵੇਗਾ। ਚਲੋ, ਵੈਲਥ, ਅਧਿਆਪਕ ਵੱਲੋਂ ਵਿਦਿਆਰਥੀਆਂ ਨੂੰ ਪੜ੍ਹਾਉਣਾ ਆਧਾਰਨ ਹੈ ਧਨ ਦੀ, ਸੇਵਾ ਦੀ, ਵਸਤਾਂ ਦੀ, ਤੁਸ਼ਟੀ ਗੁਣ ਦੀ। ਕਰੈਕਟ ਆਪਸ਼ਨ ਹੈ ਵੀ ਸੇਵਾ ਦੀ। ਇਹ ਇੱਕ ਸੇਵਾ ਆ। ਠੀਕ ਹੈ, ਇਹ ਸਰਵਿਸ ਦੇ ਵਿੱਚ ਆ ਜਾਂਦਾ ਆ, ਗੁਡਸ ਦੇ ਵਿੱਚ ਨਹੀਂ। ਦੋ ਤਰ੍ਹਾਂ ਦੇ ਸਾਧਨ ਆਪਾਂ ਕਰਦੇ ਆ ਨਾ, ਗੁਡਸ ਐਂਡ ਸਰਵਿਸ। ਸਰਵਿਸ ਦੇ ਵਿੱਚ ਆ ਜਾਂਦੀ ਇਹ ਚੀਜ਼ ਜਿਹੜੀ ਅਧਿਆਪਕ ਵੱਲੋਂ ਵਿਦਿਆਰਥੀ ਨੂੰ ਪੜ੍ਹਾਉਣਾ, ਡਾਕਟਰ ਵੱਲੋਂ ਇਲਾਜ ਕਰਨਾ। ਰੁਪਏ, ਸਿੱਕੇ, ਚੈੱਕ ਕਿਸ ਦੇ ਰੂਪ ਆ? ਕਿਸ ਦੇ ਰੂਪ ਆ ਵੀ? ਧਨ, ਮੁਦਰਾ, ਪੂੰਜੀ, ਉਪਰੋਕਤ ਸਾਰੇ ਇਹਦੇ ਵਿੱਚ ਬੜਾ ਕਨਫਿਊਜ਼ ਹੁੰਦੇ। ਇਹਨੂੰ ਇੱਕੋ ਹੀ ਕਹਿ ਦਿੰਦੇ, ਇਹ ਇੱਕੋ ਨਹੀਂ ਆ। ਧਨ ਨੂੰ, ਮੁਦਰਾ ਨੂੰ, ਪੂੰਜੀ ਨੂੰ ਇੱਕੋ ਨਹੀਂ ਕਹਿਣਾ, ਇਹਦਾ ਅਰਥ ਸ਼ਾਸਤਰ ਵਿੱਚ ਹੋਰ ਮਤਲਬ ਆ, ਆਪਾਂ ਕਰਾਂਗੇ ਅੱਗੇ। ਕਰੈਕਟ ਆਪਸ਼ਨ ਵੀ ਮੁਦਰਾ ਦੇ ਰੂਪ ਆ। ਠੀਕ ਹੈ, ਮਤਲਬ ਮੁਦਰਾ ਦੇ ਰੂਪ ਆ ਇਹ। ਰੁਪਏ, ਸਿੱਕੇ, ਮਨੀ, ਮੁਦਰਾ ਨੂੰ ਮਨੀ ਕਹਿੰਦੇ ਆ, ਧਨ ਨੂੰ ਵੈਲਥ ਕਹਿੰਦੇ ਆ, ਪੂੰਜੀ ਨੂੰ ਕੈਪੀਟਲ ਕਹਿੰਦੇ ਆ। ਠੀਕ ਹੈ, ਏਦਾਂ ਧਿਆਨ ਰੱਖ ਲੈਣਾ। ਚਲੋ, ਸਰਕਾਰ ਵੱਲੋਂ ਪ੍ਰਮਾਣਿਤ ਉਹ ਵਸਤੂ ਜਿਸ ਨੂੰ ਵਟਾਂਦਰੇ ਦੇ ਮਾਧਿਅਮ ਵਜੋਂ ਪ੍ਰਯੋਗ ਕੀਤਾ ਜਾਂਦਾ ਹੈ, ਕੀ ਕਹਿੰਦੇ ਆ ਵੀ ਉਹਨੂੰ? ਧਨ ਕਹਿੰਦੇ ਆ, ਮੁਦਰਾ ਕਹਿੰਦੇ ਆ, ਆਮਦਨ ਕਹਿੰਦੇ ਆ, ਪੂੰਜੀ ਕਹਿੰਦੇ ਆ। ਹਾਂ, ਸਰਕਾਰ ਵੱਲੋਂ ਇੱਕ ਵਸਤੂ ਨਿਸ਼ਚਿਤ ਕੀਤੀ ਹੁੰਦੀ ਆ ਜਿਹੜੀ ਜੋ ਵਟਾਂਦਰੇ ਦਾ ਮਾਧਿਅਮ ਆ ਉਹਨੂੰ ਕਹਿੰਦੇ ਆ ਮੁਦਰਾ। ਠੀਕ ਹੈ, ਹਰੇਕ ਦੇਸ਼ ਦੀ ਆਪਣੀ ਆਪਣੀ ਮੁਦਰਾ ਆ। ਇੰਗਲੈਂਡ 'ਚ ਪੌਂਡ ਆ, ਅਮਰੀਕਾ 'ਚ ਡਾਲਰ ਆ, ਇੱਥੇ ਭਾਰਤ 'ਚ ਰੁਪਈਆ ਆ, ਪਾਕਿਸਤਾਨ 'ਚ ਰੁਪਈਆ, ਇੱਦਾਂ। ਠੀਕ ਹੈ, ਇਹ ਸਾਰਾ ਕੁਝ ਯਾਦ ਰੱਖਣਾ। ਚਲੋ, ਇੱਕ ਵਸਤੂ ਦੀ ਉਹ ਮਾਤਰਾ ਜਿਸ ਨੂੰ ਭੋਗੀ ਇੱਕ ਨਿਸ਼ਚਿਤ ਸਮੇਂ ਤੇ ਹਰ ਸੰਭਵ ਕੀਮਤ ਤੇ ਖਰੀਦਣ ਦਾ ਇਛੁਕ ਹੈ ਤੇ ਯੋਗ ਹੁੰਦਾ ਹੈ ਉਸਨੂੰ ਕੀ ਕਿਹਾ ਜਾਂਦਾ ਹੈ? ਧਿਆਨ ਨਾਲ ਲੈਣ, ਸਮਝ ਲੈਣਾ ਇਹਨੂੰ। ਇਹਨਾਂ ਨੂੰ ਇਹ ਨਾ ਸਮਝੋ ਕਿ ਇਹ ਕਨਸੈਪਟ ਬੇਸਿਕ ਕਲੀਅਰ ਹੋਣਗੇ ਫਿਰ ਸਮਝ ਲੱਗਣਾ ਅੱਗੇ। ਆਮਦਨ, ਮੰਗ, ਪੂਰਤੀ, ਪੂੰਜੀ। ਕਰੈਕਟ ਆਪਸ਼ਨ ਹੈ ਵੀ ਇਹਨੂੰ ਮੰਗ ਕਹਿੰਦੇ ਆ। ਹਾਂ, ਅਸੀਂ ਉਹ ਚੀਜ਼ ਦੀ ਇੱਛਾ ਵੀ ਰੱਖਦੇ ਆ ਤੇ ਸਾਡੇ ਕੋਲ ਉਹ ਚੀਜ਼ ਖਰੀਦਣ ਲਈ ਪੈਸੇ ਵੀ ਹੈਗੇ ਆ। ਠੀਕ ਹੈ, ਅਸੀਂ ਯੋਗ ਆ, ਕੈਪੇਬਲ ਆ। ਠੀਕ ਹੈ, ਇੱਕ ਉਪਭੋਗੀ ਕੌਣ ਆ? ਜਿਹੜਾ ਵਸਤੂਆਂ ਦੀ ਵਰਤੋਂ ਕਰਦਾ ਜਾਂ ਸੇਵਾਵਾਂ ਦੀ ਵਰਤੋਂ ਕਰਦਾ। ਠੀਕ ਹੈ, ਜਿਹੜਾ ਚੀਜ਼ ਲੈਣ ਵਾਲਾ, ਖਰੀਦਣ ਵਾਲਾ ਆ। ਠੀਕ ਹੈ, ਇੱਕ ਨਿਸ਼ਚਿਤ ਸਮੇਂ ਵਿੱਚ। ਠੀਕ ਹੈ, ਇੱਕ ਨਿਸ਼ਚਿਤ ਟਾਈਮ ਹੁੰਦਾ। ਕਈ ਵੇਲੇ ਸਾਡੀ ਕੋਈ ਇੱਛਾ ਤਾਂ ਹੁੰਦੀ ਹੈ ਚੀਜ਼ ਖਰੀਦਣ ਦੀ, ਪਰ ਸਾਡੇ ਕੋਲ ਟਾਈਮ ਨਹੀਂ, ਕੀ ਕਹਿੰਦੇ ਹੁੰਦੇ, ਪੈਸੇ ਨਹੀਂ ਹੁੰਦੇ। ਤੇ ਕਈ ਵਾਰੀ ਪੈਸੇ ਹੁੰਦੇ, ਸਾਡੀ ਇੱਛਾ ਨਹੀਂ ਹੁੰਦੀ। ਤਾਂ ਦੋਨੋਂ ਹਾਲਤਾਂ ਜ਼ਰੂਰੀ ਆ, ਜਾਂ ਸਾਡੇ ਕੋਲ ਸਮਾਂ ਨਹੀਂ। ਇੱਕ ਨਿਸ਼ਚਿਤ ਸਮੇਂ ਦੇ ਵਿੱਚ ਸੰਭਵ ਕੀਮਤ ਤੇ ਖਰੀਦਣ ਦਾ ਇੱਛੁਕ ਵੀ ਹੋਵੇ ਤੇ ਯੋਗ ਵੀ ਹੋਵੇ, ਉਹਨੂੰ ਕਹਿੰਦੇ ਮੰਗ, ਡਿਮਾਂਡ ਇੰਗਲਿਸ਼ 'ਚ। ਠੀਕ ਹੈ, ਚਲੋ, ਵਸਤੂ ਦੀ ਉਹ ਮਾਤਰਾ ਜੋ ਇੱਕ ਵਿਕਰੇਤਾ ਇੱਕ ਨਿਸ਼ਚਿਤ ਸਮੇਂ ਤੇ ਇੱਕ ਨਿਸ਼ਚਿਤ ਕੀਮਤ ਤੇ ਵੇਚਣ ਨੂੰ ਤਿਆਰ ਹੁੰਦਾ ਹੈ ਉਸਨੂੰ ਕੀ ਕਹਿੰਦੇ ਆ? ਵਿਕਰੇਤਾ ਕੌਣ ਹੁੰਦਾ? ਚੀਜ਼ਾਂ ਵੇਚਣ ਵਾਲਾ। ਠੀਕ ਹੈ, ਇੱਕ ਨਿਸ਼ਚਿਤ ਸਮੇਂ ਵਿੱਚ, ਇੱਕ ਸਾਲ ਵਿੱਚ, ਇੱਕ ਮਹੀਨਾ, ਇੱਕ ਫਿਕਸ ਕੀਤਾ ਹੁੰਦਾ ਟਾਈਮ। ਸਰਦੀਆਂ ਦੇ ਮੌਸਮ 'ਚ, ਗਰਮੀਆਂ ਦੇ ਮੌਸਮ ਵਿੱਚ ਇੱਕ ਨਿਸ਼ਚਿਤ ਕੀਮਤ ਤੇ ਜੋ ਪ੍ਰਾਈਸ ਫਿਕਸ ਆ ਉਹਦੇ ਤੇ ਚੀਜ਼ਾਂ ਨੂੰ ਵੇਚਣ ਦੇ ਲਈ ਤਿਆਰ ਹੁੰਦਾ, ਉਹਨੂੰ ਕੀ ਕਹਿੰਦੇ ਆ ਬਈ? ਮੰਗ ਕਹਿੰਦੇ, ਪੂਰਤੀ ਕਹਿੰਦੇ, ਆਮਦਨ ਕਹਿੰਦੇ, ਪੂੰਜੀ ਕਹਿੰਦੇ। ਕਰੈਕਟ ਆਪਸ਼ਨ ਪੂਰਤੀ ਕਹਿੰਦੇ ਨੂੰ। ਠੀਕ ਹੈ, ਕੀ ਕਹਿੰਦੇ ਆ? ਪੂਰਤੀ ਕਹਿੰਦੇ ਆ। ਠੀਕ ਹੈ, ਜਿਵੇਂ, ਠੀਕ ਹੈ, ਪੂਰਤੀ।
ਮਤਲਬ ਇੱਕ ਵਿਕਰੇਤਾ ਜਿਹੜਾ ਇੱਕ ਨਿਸ਼ਚਿਤ ਕੀਮਤ ਤੇ ਇਹ ਚੀਜ਼ਾਂ ਦੇਣ ਲਈ ਤਿਆਰ ਆ, ਠੀਕ ਹੈ, ਦੁਕਾਨ ਤੇ ਉਹ ਚੀਜ਼ਾਂ ਵੇਚਣ ਲਈ ਤਿਆਰ ਆ, ਠੀਕ ਹੈ। ਬਣੀਆਂ ਪਾਹੇ ਦੇਖੋ ਬਣੀਆਂ 500 ਕਮੀਜ਼ਾਂ ਨੇ, ਪਰ ਜਿਹੜਾ ਦੁਕਾਨਦਾਰ ਹੈ ਉਹ 300 ਕਮੀਜ਼ਾਂ ਦੇਣ ਦੇ ਲਈ ਤਿਆਰ ਆ, ਵੇਚਣ ਦੇ ਲਈ ਤਿਆਰ ਆ, ਤਾਂ ਉਹ ਕੀ ਹੈ 300 ਜਿਹੜੀ ਆ ਪੂਰਤੀ ਆ, 500 ਨਹੀਂ ਕਹਾਂਗੇ, ਠੀਕ ਹੈ, ਇਹ ਧਿਆਨ ਵਿੱਚ ਰੱਖ ਲੈਣਾ। ਅਜਿਹਾ ਪ੍ਰਬੰਧ ਜਿੱਥੇ ਖਰੀਦਦਾਰ ਤੇ ਵਿਕਰੇਤਾ ਆਪਸ ਵਿੱਚ ਸੰਪਰਕ ਵਿੱਚ ਆ ਕੇ ਵਸਤਾਂ ਖਰੀਦਦੇ ਤੇ ਵੇਚਦੇ ਹਨ, ਉਹਨਾਂ ਨੂੰ ਕੀ ਕਹਿੰਦੇ ਹਨ? ਕੀ ਕਹਿੰਦੇ ਹਨ ਵੀ ਬਾਜ਼ਾਰ ਕਹਿੰਦੇ ਆ। ਕੀ ਕਹਿੰਦੇ ਆ? ਬਾਜ਼ਾਰ। ਵੈਸੇ ਆਮ ਕਹਿ ਦਿੱਤਾ ਜਾਂਦਾ ਕਿ ਬਾਜ਼ਾਰ ਕੋਈ ਥਾਂ ਹੁੰਦੀ ਆ ਵੀ ਜਿੱਥੇ ਕੋਈ ਇੱਧਰ ਵੀ ਰੇਹੜੀਆਂ ਲੱਗੀਆਂ ਹੁਣ, ਇੱਧਰ ਵੀ ਦੁਕਾਨਾਂ, ਉਹ ਬਾਜ਼ਾਰ ਨਹੀਂ, ਜ਼ਰੂਰੀ ਨਹੀਂ, ਠੀਕ ਹੈ। ਆਨਲਾਈਨ ਮਾਰਕੀਟਿੰਗ ਵੀ ਹੁੰਦੀ ਆ, ਠੀਕ ਹੈ। ਤਾਂ ਮਤਲਬ ਜਿੱਥੇ ਵਿਕਰੇਤਾ ਤੇ ਖਰੀਦਦਾਰ ਜਿਹੜੇ ਦੋਨੋਂ ਆਪਸ 'ਚ ਕਨੈਕਟ ਹੋਣ, ਠੀਕ ਹੈ, ਉਹਨਾਂ ਦਾ ਕਨੈਕਸ਼ਨ ਹੋਵੇ ਉਹਨਾਂ ਦਾ, ਤੇ ਉਹਨੂੰ ਕੀ ਕਹਿੰਦੇ? ਬਾਜ਼ਾਰ ਕਹਿੰਦੇ ਆ। ਜ਼ਰੂਰੀ ਨਹੀਂ ਵੀ ਇਹ ਕੋਈ ਥਾਂ ਹੀ ਹੋਵੇ। ਵਸਤੂਆਂ ਦੇ ਉਤਪਾਦਨ ਤੋਂ ਲੈ ਕੇ ਵਿਕਰੀ ਤੱਕ ਮੁਦਰਾ ਦੇ ਰੂਪ ਵਿੱਚ ਜੋ ਰਾਸ਼ੀ ਖਰਚ ਹੁੰਦੀ ਉਸ ਨੂੰ ਕੀ ਕਹਿੰਦੇ ਹਨ? ਹਾਂ, ਕੀ ਕਹਿੰਦੇ ਹਨ ਵੀ ਬਾਜ਼ਾਰ, ਧਨ, ਪੈਸੇ, ਲਾਗਤ। ਕਰੈਕਟ ਆਪਸ਼ਨ ਲਾਗਤ ਕਹਿੰਦੇ, ਕਾਸਟ, ਠੀਕ ਹੈ ਨਾ। ਕਹਿੰਦੇ ਨੇ ਇਹਦੀ ਕਾਸਟ ਕਿੰਨੀ ਆ, ਮਤਲਬ ਪੂਰਾ ਕੱਚੇ ਮਾਲ ਤੋਂ ਲੈ ਕੇ ਢੋਆ ਢਵਾਈ ਤੱਕ ਜਿੰਨਾ ਖਰਚ, ਜਾਂ ਫਿਰ ਉਦਯੋਗਾਂ ਦੇ ਵਿੱਚ ਹੁਣ ਜਿਵੇਂ ਚੀਜ਼ਾਂ ਬਣਦੀਆਂ ਨੇ, ਉਹ ਬਿਜਲੀ ਦਾ ਖਰਚ ਵੀ ਵਿੱਚ ਹੀ ਆ ਜਾਂਦਾ ਆ, ਫਿਰ ਟਰਾਂਸਪੋਰਟ ਸਿਸਟਮ ਵੀ ਵਿੱਚ ਹੀ ਜਾਂਦਾ, ਕੱਚਾ ਮਾਲ ਦਾ ਖਰਚ, ਸਾਰਾ ਕੁਝ ਏ ਟੂ ਜ਼ੈਡ, ਜਿੰਨਾ ਚਿਰ ਚੀਜ਼ ਤਿਆਰ ਨਹੀਂ ਹੋ ਜਾਂਦੀ, ਉਹ ਜਿੰਨਾ ਵੀ ਖਰਚ ਆਉਂਦਾ ਆ ਉਹ ਸਾਰਾ ਕੀ ਹੈ? ਲਾਗਤ ਆ, ਠੀਕ ਹੈ, ਲਾਗਤ, ਕਾਸਟ। ਚਲੋ, ਵਸਤੂਆਂ ਦੇ ਸੇਵਾਵਾਂ ਪ੍ਰਦਾਨ ਕਰਨ ਬਦਲੇ ਇੱਕ ਵਿਅਕਤੀ ਨੂੰ ਜੋ ਮਿਲਦੀ ਹੈ, ਕੀ ਮਿਲਦਾ ਵੀ ਇੱਕ ਵਿਅਕਤੀ ਨੂੰ? ਹਾਂ, ਕੀ ਮਿਲਦਾ ਵੀ ਦੱਸੋ? ਧਨ, ਮੁਦਰਾ, ਆਮਦਨ, ਰੁਪਏ। ਕੀ ਮਿਲਦਾ ਵੀ? ਆਮਦਨ ਮਿਲਦੀ ਆ। ਹਾਂ, ਟੀਚਰ ਪੜਾਉਂਦਾ ਉਹਨੂੰ ਉਹਦੀ ਇਨਕਮ ਮਿਲਦੀ ਆ। ਵਸਤੂਆਂ, ਇੱਕ ਵਿਅਕਤੀ ਦੁਕਾਨਦਾਰ ਚੀਜ਼ਾਂ ਵੇਚਦਾ, ਉਸ ਨੂੰ ਉਸਦੀ ਆਮਦਨ ਪ੍ਰਾਪਤ ਹੁੰਦੀ ਆ, ਠੀਕ ਹੈ, ਇਹ ਨੋਟ ਕਰ ਲੈਣਾ। ਸੀਮਤ ਸਾਧਨਾਂ ਨਾਲ ਅਸੀਮਤ ਲੋੜਾਂ ਪੂਰੀਆਂ ਕਰਨ ਲਈ ਕੀਤੀਆਂ ਜਾਣ ਵਾਲੀਆਂ ਕਿਰਿਆਵਾਂ ਨੂੰ ਕੀ ਕਹਿੰਦੇ ਹਨ? ਕੀ ਕਹਿੰਦੇ ਹਨ ਵੀ ਕੁਝ ਐਕਟੀਵਿਟੀਜ਼ ਕਰਨੀਆਂ ਪੈਂਦੀਆਂ। ਹਾਂ, ਕੀ ਕਹਿੰਦੇ ਇਸ ਨੂੰ? ਆਰਥਿਕ ਕਿਰਿਆਵਾਂ ਕਹਿੰਦੇ ਆ। ਕੀ ਕਹਿੰਦੇ ਆ? ਆਰਥਿਕ ਕਿਰਿਆਵਾਂ, ਇਕਨੋਮਿਕਸ ਐਕਟੀਵਿਟੀਜ਼। ਅੱਗੇ, ਆਰਥਿਕ ਕਿਰਿਆਵਾਂ ਦਾ ਉਦੇਸ਼ ਕੀ ਹੁੰਦਾ? ਹਾਂ, ਇਕਨੋਮਿਕਸ ਐਕਟੀਵਿਟੀਜ਼ ਦਾ ਉਦੇਸ਼ ਕੀ ਆ? ਧਨ ਕਮਾਉਣਾ, ਸਿਰਫ ਤੇ ਸਿਰਫ ਧਨ ਕਮਾਉਣਾ, ਠੀਕ ਹੈ। ਆ ਬਾਕੀ ਨਹੀਂ ਨੋਟ ਕਰਨ ਨਾਲ, ਧਨ ਕਮਾਉਣਾ ਇਹਨਾਂ ਦਾ ਉਦੇਸ਼ ਹੁੰਦਾ ਆ। ਪ੍ਰੋਫੈਸਰ ਬਿਲਡਿੰਗ ਦੇ ਦੇਖੋ ਬਹੁਤ ਸਾਰੇ ਇਕਨੋਮਿਕਸ ਨੇ ਜਿਹੜਾ ਹੈ ਆਪਣੇ ਵਿਚਾਰ ਦਿੱਤੇ ਹੁੰਦੇ ਆ। ਪ੍ਰੋਫੈਸਰ ਬੋਲਡਿੰਗ ਨੇ ਹਾਂ ਆਰਥਿਕ ਕਿਰਿਆਵਾਂ ਨੂੰ ਕਿੰਨੇ ਭਾਗਾਂ ਵਿੱਚ ਵੰਡਿਆ? ਕਿੰਨੇ ਭਾਗਾਂ ਵਿੱਚ ਵੰਡਿਆ ਵੀ? 4 ਭਾਗਾਂ ਵਿੱਚ ਵੰਡਿਆ, ਠੀਕ ਹੈ। ਕੱਲ ਅਸੀਂ ਇਹਨਾਂ ਬਾਰੇ ਗੱਲ ਕਰਾਂਗੇ, ਠੀਕ ਹੈ ਜੀ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਕੋਈ ਡਾਊਟ ਹੋਵੇ ਤਾਂ ਮੈਨੂੰ ਕਮੈਂਟ ਬਾਕਸ ਵਿੱਚ ਜ਼ਰੂਰ ਪੁੱਛ ਲੈਣਾ, ਤੇ ਬਾਕੀ ਚੰਗਾ ਲੱਗੇ ਵੀਡੀਓ ਨੂੰ ਲਾਈਕ ਕਰਨਾ ਔਰ ਆਪਣੇ ਸਾਰੇ ਸਾਥੀਆਂ ਨੂੰ ਸ਼ੇਅਰ ਕਰੋ। ਰਲ ਮਿਲ ਕੇ ਆਪਾਂ ਤਿਆਰੀ ਕਰ ਰਹੇ ਹਾਂ। ਧੰਨਵਾਦ ਜੀ, ਰੱਬ ਰਾਖਾ।